ਜਲਾਲਾਬਾਦ ਦੇ ਵਿੱਚ ਮੀਂਹ ਨੇ ਤੇ ਲੋਕਾਂ ਦੇ ਸਾਹ ਟੋਪੇ ਵਾਂਗ ਭਰੀਆਂ ਸੜਕਾਂ ਤੇ ਡੁੱਬੀਆਂ ਨਜ਼ਰ ਆਈਆਂ ਕਾਰਾਂ। ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜਿਆ ਪਾਣੀ। ਇੱਕ ਹਫ਼ਤੇ ਤੋਂ ਬਿਜਲੀ ਨਾ ਆਉਣ ਕਰਕੇ ਫਾਜ਼ਿਲਕਾ ਦੇ ਕਈ ਪਿੰਡਾਂ ਨੇ ਘੇਰਿਆ ਖੂਹੀਵਾਲਾ ਬਿਜਲੀ ਘਰ। ਔਰਤਾਂ ਵੀ ਧਰਨੇ 'ਚ ਹੋਈਆਂ ਸ਼ਾਮਲ। ਲਾਈਟ ਨਾ ਆਉਣ ਤੱਕ ਘਰ ਨਾ ਜਾਣ ਦਾ ਕੀਤਾ ਐਲਾਨ। ਪਾਵਰ ਕੱਟ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੀਐਮ ਦਾ 6ਵਾਂ ਫਾਰਮ ਹਾਊਸ ਘੇਰਨ ਦੀ ਕੀਤੀ ਕੋਸ਼ਿਸ਼। ਪੁਲਿਸ ਨੇ ਹਲਕੇ ਲਾਠੀ ਚਾਰਜ ਦੇ ਨਾਲ ਰੋਕੇ ਪ੍ਰਦਰਸ਼ਨਕਾਰੀ। ਵਾਟਰ ਕੈਨਨ ਦਾ ਵੀ ਇਸਤੇਮਾਲ। ਮਾਈਨਿੰਗ ਨੂੰ ਲੈ ਕੇ ਸੁਖਬੀਰ ਬਾਦਲ ਨੇ ਛੇੜੀ ਮੁਹਿੰਮ। ਮਾਈਨਿੰਗ ਸਾਈਟਾਂ ਦੇ ਉੱਤੇ ਜਾ ਕੇ ਕਰ ਰਹੇ ਲਾਈਵ ਰੇਡ। ਸਰਕਾਰ ਤੇ ਨਜਾਇਜ਼ ਮਾਈਨਿੰਗ ਕਰਵਾਉਣ ਦੇ ਲਗਾਏ ਇਲਜ਼ਾਮ। ਗੋਲੀਆਂ ਦੇ ਨਾਲ ਦਹਿਲਿਆ ਲੁਧਿਆਣਾ ਦਾ ਗਿਆਸਪੁਰਾ ਇਲਾਕਾ। ਫਿਰੌਤੀ ਨਾ ਦੇਣ ਤੇ ਗੈਂਗਸਟਰ ਨੇ ਕੀਤੀ ਫਾਇਰਿੰਗ ਤਾਂ ਦੁਕਾਨਦਾਰ ਨੇ ਕਾਊਂਟਰ ਫਾਇਰਿੰਗ ਕਰਕੇ ਦਿੱਤਾ ਜਵਾਬ। ਅੰਮ੍ਰਿਤਸਰ ਦੇ ਹੋਟਲ ਦੇ ਵਿੱਚ ਭੇਦ ਭਰੇ ਹਾਲਾਤ ਦੇ ਵਿੱਚ ਮਿਲੀ ਮੁੰਡਾ ਕੁੜੀ ਦੀ ਲਾਸ਼। ਲੜਕੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਦਾ ਖਦਸ਼ਾ। ਦੱਸਿਆ ਜਾ ਰਿਹਾ ਪ੍ਰੇਮ ਪ੍ਰਸੰਗ ਦਾ ਮਾਮਲਾ। ਨਵਾਂ ਸ਼ਹਿਰ ਦੇ ਵਿੱਚ ਓਪਨ ਜਿਪਸੀ ਚਲਾਉਣ ਵਾਲੀ ਲੜਕੀ ਦਾ ਹਾਈ ਵੋਲਟੇਜ ਡਰਾਮਾ। ਕਾਗਜ਼ ਦਿਖਾਉਣ ਦੇ ਲਈ ਕਿਹਾ ਤਾਂ ਟ੍ਰੈਫਿਕ ਇੰਚਾਰਜ ਦੇ ਨਾਲ ਕੀਤੀ ਬਦਤਮੀਜ਼ੀ। ਪੁਲਿਸ ਨੇ ਵੀ ਇੰਪਾਊਂਡ ਕੀਤੀ ਜਿਪਸੀ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਖਬਰ ਜਲਾਲਾਬਾਦ ਤੋਂ। ਜਲਾਲਾਬਾਦ ਦੇ ਵਿੱਚ ਮੀਂਹ ਨੇ ਮੁਸ਼ਕਿਲ ਖੜੀ ਕਰ ਦਿੱਤੀ ਹੈ। ਮੀਂਹ ਦਾ ਨਾਮ ਸੁਣ ਕੇ ਰਾਹਤ ਜ਼ਰੂਰ ਮਹਿਸੂਸ ਹੋ ਰਹੀ ਹੋਵੇਗੀ ਵੱਖ-ਵੱਖ ਇਲਾਕਿਆਂ 'ਚ ਜਿੱਥੇ ਜ਼ਬਰਦਸਤ ਗਰਮੀ ਹੈ, ਪਰ ਜਦੋਂ ਮੀਂਹ ਜ਼ਿਆਦਾ ਹੋਵੇ ਤੇ ਫਿਰ ਪ੍ਰਬੰਧ ਪੂਰੇ ਨਾ ਹੋਣ ਤਾਂ ਹਾਲਾਤ ਕੀ ਹੁੰਦੇ ਨੇ? ਹਾਲਾਤ ਇਹ ਹੁੰਦੇ ਨੇ ਕਿ ਗਰਮੀ ਤੋਂ ਰਾਹਤ ਦੇ ਵਿਚਾਲੇ ਉਹ ਮੀਂਹ ਦਾ ਪਾਣੀ ਮੁਸੀਬਤ ਦੀ ਵਜ੍ਹਾ ਬਣ ਜਾਂਦਾ ਹੈ। ਜੇ ਜਲਾਲਾਬਾਦ ਦੀਆਂ ਤਸਵੀਰਾਂ ਦੇਖੋ, ਮੀਂਹ ਪਿਆ, ਰਾਹਤ ਮਿਲੀ, ਪਰ ਟੋਬਾ ਸੜਕਾਂ ਬਣ ਗਈਆਂ, ਘਰਾਂ ਦੇ ਵਿੱਚ ਪਾਣੀ ਵੜ ਗਿਆ। ਪਾਣੀ ਦੇ ਵਿੱਚ ਕਾਰ ਡੁੱਬਣ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ। ਇਹ ਤਸਵੀਰਾਂ ਜਲਾਲਾਬਾਦ ਦੀਆਂ ਦਿਖਾ ਰਹੇ ਹਾਂ। ਪਾਣੀ ਦੇ ਵਿੱਚ ਡੁੱਬਿਆ ਜਲਾਲਾਬਾਦ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ, ਪਰ ਮੌਨਸੂਨ ਦੇ ਲਈ ਇੰਤਜ਼ਾਮ ਕਿੰਨੇ ਕੁ ਕੀਤੇ ਗਏ ਸੀ ਪ੍ਰਸ਼ਾਸਨ ਦੇ ਵੱਲੋਂ, ਇਹ ਤਸਵੀਰਾਂ ਦੱਸਣ ਦੇ ਲਈ ਕਾਫੀ ਨੇ ਕਿ ਵਾਕਈ ਬਹੁਤ ਜ਼ਿਆਦਾ ਮੀਂਹ ਪੈ ਗਿਆ। ਇਸ ਕਰਕੇ ਇਹ ਹਾਲਾਤ ਹੋ ਗਏ ਕਿ ਬੜੀ ਜ਼ਬਰਦਸਤ ਬਾਰਿਸ਼ ਹੋ ਗਈ, ਇਸ ਕਰਕੇ ਇਹ ਹਾਲਾਤ ਹੋ ਗਏ। ਖੈਰ ਮੀਂਹ ਜ਼ਿਆਦਾ ਪਿਆ ਹੋ ਸਕਦਾ ਹੈ, ਗਰਮੀ ਤੋਂ ਰਾਹਤ ਤਾਂ ਲੋਕਾਂ ਨੂੰ ਮਿਲ ਗਈ ਹੈ ਕਿਉਂਕਿ ਜ਼ਬਰਦਸਤ ਗਰਮੀ ਹੈ ਪੂਰੇ ਉੱਤਰ ਭਾਰਤ ਦੇ ਵਿੱਚ। ਹੁਣ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਿੱਚ ਜਿੱਥੇ ਮੀਂਹ ਨਹੀਂ ਪਿਆ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਕਿ ਮੀਂਹ ਦੀਆਂ ਬੁਛਾੜਾਂ ਕਿੰਨੀਆਂ ਜ਼ਬਰਦਸਤ ਉਹਨਾਂ ਨੂੰ ਲੱਗ ਰਹੀਆਂ ਹੋਣਗੀਆਂ ਰਾਹਤ ਵਾਲੀਆਂ। ਪਰ ਜਦੋਂ ਮੀਂਹ ਜ਼ਿਆਦਾ ਪੈ ਜਾਵੇ ਤੇ ਉਸ ਤੋਂ ਬਾਅਦ ਇੰਤਜ਼ਾਮ ਪੂਰੇ ਨਾ ਹੋਣ ਤਾਂ ਫਿਰ ਕੁਝ ਇਸ ਤਰੀਕੇ ਨਾਲ ਹੀ ਹਸ਼ਰ ਹੁੰਦਾ ਹੈ। ਕੁਝ ਇਸ ਤਰੀਕੇ ਨਾਲ ਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਟੋਬਾ ਬਣ ਗਈਆਂ ਨੇ ਸੜਕਾਂ, ਘਰਾਂ ਦੇ ਵਿੱਚ ਵੜ ਗਿਆ ਪਾਣੀ। ਰੁਕ ਕਰਦੇ ਹਾਂ ਜਲਾਲਾਬਾਦ ਦਾ। ਸਾਡੇ ਸਹਿਯੋਗੀ ਅਸ਼ਫਾਕ ਡੂਡੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਫੋਨ ਲਾਈਨ ਦੇ ਉੱਤੇ। ਅਸ਼ਫਾਕ ਦੱਸੋ ਕਿੰਨਾ ਕੁ ਮੀਂਹ ਪੈ ਗਿਆ, ਕਿੰਨੇ ਘੰਟੇ ਬਰਸਾਤ ਹੋਈ ਹੈ? ਸਭ ਤੋਂ ਪਹਿਲਾ ਸਵਾਲ ਇਹੀ ਹੈ, ਕਿੰਨੇ ਘੰਟੇ ਬਰਸਾਤ ਹੋਈ ਕਿ ਉਸ ਤੋਂ ਬਾਅਦ ਇਹ ਹਾਲਾਤ ਹੋ ਗਏ? ਘੰਟੇ ਕਿੰਨੇ ਹੋਈ ਆ ਗੌਰਵ? ਦੱਸਣਾ ਚਾਹਾਂਗੇ ਕਿ ਇਹ ਫਾਜ਼ਿਲਕਾ ਤੇ ਜਲਾਲਾਬਾਦ ਦੇ ਏਰੀਆ ਨਾਲ ਹਬੋਰ ਦਾ ਏਰੀਆ ਹੈ ਜਿੱਥੇ ਕਿ ਬਹੁਤ ਜ਼ਿਆਦਾ ਕਰੀਬ ਘੰਟੇ ਡੇਢ ਤੋਂ ਉੱਪਰ ਦਾ ਸਮਾਂ ਦੇ ਵਿੱਚ ਬਰਸਾਤ ਹੋਈ ਹੈ ਤੇ ਉੱਥੇ ਕਹਿ ਸਕਦੇ ਹਾਂ ਵੀ ਪ੍ਰਸ਼ਾਸਨ ਦੀ ਪੋਲ ਖੁੱਲਦੀ ਨਜ਼ਰ ਆਈ ਹੈ ਕਿ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਜੀ ਗੁਰੂ। ਅਸ਼ਫਾਕ ਜਾਣਨਾ ਚਾਹਾਂਗੇ ਇਲਾਕਾ ਕਿਹੜਾ ਇਲਾਕਾ ਹੈ, ਕਿਹੜੇ ਮਹੱਲੇ ਨੇ, ਕਿੰਨੇ ਵੱਡੇ ਇਲਾਕੇ 'ਚ ਬਰਸਾਤ ਹੋਈ ਹੈ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ, ਉੱਥੇ ਪ੍ਰਸ਼ਾਸਨ ਕੀ ਕਹਿ ਰਿਹਾ ਹੈ, ਜਿਹੜੇ ਉੱਥੇ ਮਿਊਨਿਸਪਲ ਕਮੇਟੀ ਹੈ, ਕੌਣ ਹੈ, ਕਿਹੜੇ ਇਲਾਕੇ ਦੀ ਪੂਰੀ ਘਟਨਾ ਹੈ? ਜੀ ਬਿਲਕੁਲ, ਇਹ ਅਨਾਜ ਮੰਡੀ ਹੈ, ਰਾਜਾ ਸਵਾਮੀ ਬਾਜ਼ਾਰ ਹੈ ਤੇ ਨਾਲ ਹੋਰ ਗੋਬਿੰਦ ਨਗਰ ਹੈ ਇੱਥੇ ਦਾ ਫਾਜ਼ਿਲਕਾ ਦਾ ਜਿੱਥੇ ਦੀ ਇਹ ਹੋਈ ਹੈ ਬਰਸਾਤ ਦੇ ਤਸਵੀਰਾਂ ਸਾਹਮਣੇ ਆਈਆਂ ਨੇ। ਨਹੀਂ ਅਬੋਹਰ ਦਾ ਹੈ ਕਿ ਜਲਾਲਾਬਾਦ ਦੀਆਂ ਕਿੱਥੇ ਦੀਆਂ ਤਸਵੀਰਾਂ? ਗੌਰਵ ਫਾਜ਼ਿਲਕਾ ਦੇ ਵਿੱਚ ਇਹ ਬਰਸਾਤ ਬਹੁਤ ਜ਼ਿਆਦਾ ਬਰਸਾਤ, ਜਿਸ ਤਰ੍ਹਾਂ ਕਿ ਮੰਡੀ ਦੇ ਵਿੱਚ ਤਸਵੀਰਾਂ ਜੋ ਦੁਕਾਨਦਾਰ ਨੇ ਆਪਦੀ ਦੁਕਾਨ ਦੇ ਬਾਹਰ ਮੰਡੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਐਡ ਕਰ ਰਹੇ ਨੇ, ਜਾਂ ਤਾਂ ਫਿਰ ਇਹ ਸਾਹਮਣੇ ਸਾਰੀਆਂ ਤਸਵੀਰਾਂ ਘਰ ਦੀਆਂ ਵੀ ਤੁਸੀਂ ਦੇਖ ਰਹੇ ਹੋ, ਇਹ ਸਾਰੀਆਂ ਹੀ ਫਾਜ਼ਿਲਕਾ ਦੇ ਵੱਖ-ਵੱਖ ਏਰੀਆ ਦੇ ਮੁਹੱਲਿਆਂ ਦੀਆਂ ਤਸਵੀਰਾਂ ਨੇ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਕਿਸਾਨ ਅੰਦੋਲਨ ਦੀ। ਜੀ ਦਿੱਲੀ ਦੇ ਵਿੱਚ 7 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕਿਸਾਨ ਮੋਰਚਾ ਲਗਾ ਕੇ ਬੈਠੇ ਹੋਏ ਨੇ ਤੇ ਹੁਣ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ। ਚੰਡੀਗੜ੍ਹ, ਮੋਹਾਲੀ, ਪੰਚਕੂਲਾ ਤੋਂ ਇੱਕ ਕਾਫਲਾ ਰਵਾਨਾ ਹੋਇਆ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਵਿੱਚ।
ਗੁਰਨਾਮ ਸਿੰਘ ਚੜੂਨੀ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਨੇ। ਕਿਸਾਨ ਆਗੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕਾਫਲਾ ਦਿੱਲੀ ਦੇ ਵੱਲ ਰਵਾਨਾ ਹੋਇਆ। ਦਿੱਲੀ ਦੇ ਸਿੰਘੂ ਬਾਰਡਰ ਪਹੁੰਚੇਗਾ ਇਹ ਕਾਫਲਾ। ਸਰਕਾਰ ਦੇ ਨਾਲ ਗੱਲਬਾਤ ਬਾਰੇ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਸਰਕਾਰ ਗੱਲਬਾਤ ਦੇ ਲਈ ਬੁਲਾਏਗੀ ਤਾਂ ਅਸੀਂ ਜ਼ਰੂਰ ਜਾਵਾਂਗੇ। मोहाली के जो शहर में रहने वाले लोग हैं वो लोग भी इस आंदोलन में साथ में है, क्योंकि ये धर्म युद्ध है, ये जन आंदोलन है। तो ये हम सरकार को दिखाना है। पीयूष गोयल ने कल एक स्टेटमेंट दी कि 11 बार मीटिंग कर चुके हैं, आगे भी हम तैयार हैं। उसको बयान को कैसे देखते हो आप? देखिए 11 बार मीटिंग की और 12वें बार तो वो तैयार हुए नहीं, झूठ बोल रहे हैं। जहां एमएसपी का मुद्दा आया है, एमएसपी पे आके वो उन्होंने बिल्कुल लॉक लगा दिया, वहां के मीटिंग बंद कर दी है। ਅੱਜ ਕੱਲਾ ਬੱਚਾ ਕਿਸਾਨੀ ਸੰਘਰਸ਼ ਦੇ ਨਾਲ ਘਰੋਂ ਨਿਕਲਿਆ ਹੋਇਆ, ਪਰ ਫਿਰ ਵੀ ਬਹੁਤ ਸ਼ਰਮ ਦੀ ਗੱਲ ਆ ਜਿਹੜੇ ਲੋਕ ਹਲੇ ਵੀ ਨਹੀਂ ਨਿਕਲ ਰਹੇ। ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਸ ਦਿਨ, ਕਿਉਂਕਿ ਗਵਰਨਮੈਂਟਾਂ ਨੇ ਐਸੇ ਖਰੜੇ ਤਿਆਰ ਕਰ ਲਏ, ਜਿਸ ਦਿਨ ਤੁਹਾਡੇ ਤੇ ਵਿਪਤਾ ਆਉਣੀ ਹੈ ਤਾਂ ਸਾਡਾ ਦੇਖੋ ਦਿਲ ਬਹੁਤ ਵੱਡਾ ਕਿਸਾਨਾਂ ਦਾ, ਅਸੀਂ ਤੁਹਾਡੇ ਨਾਲ ਖੜਾਂਗੇ। ਪਰ ਅੱਜ ਤੁਹਾਨੂੰ ਆਉਣਾ ਚਾਹੀਦਾ। ਇਹ ਲੜਾਈ ਇਕੱਲੇ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਨਹੀਂ, ਇਹ ਸਮੁੱਚੇ ਭਾਈਚਾਰੇ ਦੀ ਲੜਾਈ ਹੈ, ਸਭ ਦੀ ਲੜਾਈ ਹੈ। ਅਨਾਜ ਨੂੰ ਤਿਜੋਰੀ ਦੇ ਵਿੱਚ ਕੈਦ ਕਰਨ ਦੀ ਲੜਾਈ ਆ। ਅੱਜ ਆਪਾਂ ਚੀਕਾਂ ਮਾਰਦੇ ਆ ਨਾ, ਸਾਰੇ ਸਰੋਂ ਦੀ ਬੋਤਲ 200 रुपए ਦੀ होगी, ਉਹ दिन भी दूर नहीं। कोई बातचीत करनी या नहीं करनी है उनको ऊपर निर्भर करता है। हमने बातचीत के लिए हमेशा उनको इन्वाइट किया है, आगे भी करेंगे, लेकिन सशर्त बातचीत जो होती है वो कभी भी संभव नहीं होती है। वो शर्त रख करके आना चाहते हैं कि भाई हम आएंगे तो एक ही मांग है हमारी, किसानों के जो 3 बिल हैं वो वापस किए जाए, कृषि बिल। तो वापस होने की कंडीशन पर तो बातचीत संभव ही नहीं। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਬਹਾਦਰਗੜ੍ਹ ਦੇ ਵਪਾਰੀਆਂ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ। ਜੀ ਹਾਂ, ਬਹਾਦਰਗੜ੍ਹ ਉਹ ਇਲਾਕਾ ਹੈ ਜਿਹੜਾ ਹਰਿਆਣਾ ਦੇ ਵਿੱਚ ਪੈਂਦਾ ਹੈ ਤੇ ਦਿੱਲੀ ਬਾਰਡਰ ਦੇ ਨਾਲ ਬਿਲਕੁਲ ਲੱਗਿਆ ਹੋਇਆ ਇਲਾਕਾ ਹੈ। ਬਹਾਦਰਗੜ੍ਹ ਦੇ ਵਪਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਰਾਹ ਖੁਲਵਾਓ। ਪ੍ਰਧਾਨ ਮੰਤਰੀ ਤੋਂ ਦਿੱਲੀ ਦੇ ਬੰਦ ਰਾਹ ਖੁਲਵਾਉਣ ਦੀ ਮੰਗ ਕੀਤੀ ਹੈ। ਕਿਸਾਨ ਅੰਦੋਲਨ ਦੀ ਵਜ੍ਹਾ ਦੇ ਨਾਲ ਟਿੱਕਰੀ ਬਾਰਡਰ ਬੰਦ ਹੈ। ਦਿੱਲੀ ਪੁਲਿਸ ਨੇ ਜਿਹੜਾ ਟਿੱਕਰੀ ਬਾਰਡਰ ਸੀਲ ਕੀਤਾ ਹੋਇਆ। ਬਾਰਡਰ ਬੰਦ ਹੋਣ ਦੇ ਨਾਲ ਕਾਰੋਬਾਰ ਖਤਮ ਹੋਇਆ। ਇਹ ਵਪਾਰੀਆਂ ਦਾ ਕਹਿਣਾ ਹੈ। ਕਰੋਨਾ ਤੇ ਕਿਸਾਨ ਅੰਦੋਲਨ ਦੇ ਨਾਲ ਕਰੋੜਾਂ ਦਾ ਨੁਕਸਾਨ ਹੋਇਆ। 1 ਸਾਲ ਦੇ ਵਿੱਚ ਕਰੀਬ 20,000 ਕਰੋੜ ਦਾ ਨੁਕਸਾਨ ਹੋਇਆ। ਇਹ ਵਪਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ। हम किसान के विरोधी नहीं हैं, लेकिन जो सरकार ने या अभी किसानों के आपस में वार्ता बंद है, पिस आम आदमी रहे हैं, फैक्ट्रियां पिस रही हैं, हमारा बहुत अभी तक नुकसान हो चुका है। हमने थक हार करके अभी प्रधानमंत्री जी से गुजारिश की है कि इसमें जो हमारे रास्ते बंद हैं इनको किसानों से वार्ता करके खुलवाया जाए, या कोई भी तरीका सरकार जो उचित समझे हमारे बॉर्डर खुलवाए जाएं, जिससे हमारी वर्करों का, हमारा आना जाना, हमारा रोज़गार चल सके। इस वक्त व्यापारी बहुत ज़्यादा नुकसान में और बहुत ज़्यादा परेशान है। नहीं तो हर साल यहाँ 2-3 हज़ार इंडस्ट्री आ जाती थी, क्योंकि ये एरिया बहुत ग्रो कर रहा था। अब किसानों के भय से कोई भी व्यापारी, कोई भी आदमी यहाँ नहीं आ रहा, और ये इंडस्ट्री का दिन प्रतिदिन बढ़ा बैठता जा रहा है। मेरी सरकार से गुजारिश है कि इसकी तरफ ध्यान दिया जाए, जल्दी इन किसानों का समाधान किया जाए, ताकि ये बहादुरगढ़ की तरक्की का जो बाधा हो रही है वो ना हो। ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਮਾਈਨਿੰਗ ਦੀ। ਜਾਂ ਗੈਰ ਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਲਗਾ ਰਹੇ ਨੇ। ਮਾਈਨਿੰਗ ਸਾਈਟਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾ ਰਹੀ ਰੇਡ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਦੇ ਦਿਨ 3 ਥਾਵਾਂ ਦੇ ਉੱਤੇ ਸੁਖਬੀਰ ਬਾਦਲ ਨੇ ਰੇਡ ਕੀਤੀ। ਮੁਕੇਰੀਆਂ ਤੇ ਹਾਜ਼ੀਪੁਰ ਦੇ ਵਿੱਚ ਰੇਡ ਕੀਤੀ ਗਈ। ਸਰਕਾਰ ਤੇ ਨਜਾਇਜ਼ ਮਾਈਨਿੰਗ ਦੇ ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ। ਮਾਈਨਿੰਗ ਮਾਫੀਆ ਨੇ 200 ਫੁੱਟ ਤੱਕ ਜ਼ਮੀਨ ਪੁੱਟ ਦਿੱਤੀ ਹੈ। ਇਹ ਇਲਜ਼ਾਮ ਨੇ ਮਾਈਨਿੰਗ ਦੇ ਲਈ ਪੂਰੀ ਸੜਕ ਨੂੰ ਖਤਮ ਕਰ ਦਿੱਤਾ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਸਰਕਾਰ ਦੱਸੇ ਕਿ ਇਹ ਵੀ ਲੀਗਲ ਮਾਈਨਿੰਗ ਹੈ। ਤੇ ਨਾਲ ਹੀ ਸੁਖਬੀਰ ਬਾਦਲ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਮੈਂ ਪਰਚੀਆਂ ਤੋਂ ਨਹੀਂ ਡਰਦਾ, ਹੁਣ ਵੀ FIR ਦਰਜ ਕਰ ਲਵੇ ਸਰਕਾਰ, ਮੈਂ ਪੂਰੇ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਖੁਲਾਸਾ ਕਰਾਂਗਾ। SSP SDM ਮਾਈਨਿੰਗ ਮੈਂ ਦੇਖ ਲਿਆ ਨਾਲ ਰਲੇ ਹੈ, ਸਾਰੇ ਨਾਲ ਰਲੇ ਹੈ, ਕਰੋੜਾਂ ਰੁਪਏ ਲੈ ਰਹੇ ਹੈ। ਤੁਸੀਂ ਦੇਖਿਆ ਹੋਣਾ ਮਾਈਨਿੰਗ ਅਫਸਰ ਕਿਵੇਂ ਪ੍ਰੋਟੈਕਸ਼ਨ ਕਰ ਰਿਹਾ ਸੀ। ਮੈਂ ਦੱਸਣਾ ਚਾਹਣਾ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋਊਗੀ, ਸਾਰਿਆਂ ਦੀ। ਪ੍ਰਧਾਨ ਜੀ ਲੋਕਲ ਲੀਡਰ ਕਿਹਨੇ ਇਨਵੋਲਵ ਹੈ ਇੱਥੇ? ਸਾਰੇ ਕਾਂਗਰਸ ਦੇ MLA, ਸਾਰੇ MLA ਜਿੰਨੇ ਹੈ
ਉਹ ਮੰਥਲੀ ਕਰੋੜਾਂ ਰੁਪਏ ਇੱਕ ਟਰੱਕ ਮਗਰ 16000 ਰੁਪਏ ਲੈ ਰਿਹਾ। ਦੇਖੋ ਕਿੰਨੇ ਹਜ਼ਾਰਾਂ ਟਰੱਕ ਨਿਕਲਦੇ ਤੋਂ ਤੁਹਾਡੇ ਜਾਂਦੇ ਜਾਂਦੇ ਅੱਜ ਤੱਕ ਨਾਮ ਦੱਸੋ ਸਰ, ਕਿਹੜੇ ਐਮਐਲਏ, ਕਿਹੜੇ 5-6 ਐਮਐਲਏ ਪੈਂਦੇ ਸਨ? ਭਾਈ ਤੁਹਾਡੇ ਜਿੰਨੇ ਤੁਹਾਡੇ ਹੁਸ਼ਿਆਰਪੁਰ ਦੇ ਆ, ਹਿੰਦੂਵਾਲਾ ਮਕੋਏ ਜਿਹੜਾ ਹੈਗਾ ਆਪਣਾ ਨਵਾਂ ਸ਼ਹਿਰ ਵਾਲਾ ਐਮਐਲਏ, ਸਾਰੇ ਮੈਂ ਕਹਿੰਦਾ ਉਹਨਾਂ ਨੇ ਗੈਂਗ ਬਣਾਇਆ। ਮੈਂ ਤੁਹਾਨੂੰ ਕਹਿੰਦਾ ਥੱਲੇ ਆ ਕੇ ਆਪਾਂ ਦੇਖਿਓ ਕਿੰਨਾ ਨੀਵੇਂ ਚਲੇ। ਤਾਂ ਨਾਜਾਇਜ਼ ਮਾਈਨਿੰਗ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ, ਤਾਂ ਦੂਜੇ ਪਾਸੇ ਬਿਜਲੀ ਦੇ ਮੁੱਦੇ ਉੱਤੇ ਵੀ ਪੰਜਾਬ ਦੇ ਬਿਜਲੀ ਸੰਕਟ ਤੇ ਵੀ ਸਿਆਸਤ ਭਖਦੀ ਜਾ ਰਹੀ ਹੈ। ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਮੁੱਖ ਮੰਤਰੀ ਦੀ ਸਿਰਸਵਾਂ ਸਥਿਤ ਰਿਹਾਇਸ਼ ਘੇਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਾਲੇ ਜੰਮ ਕੇ ਧੱਕਾ ਮੁੱਕੀ ਹੋਈ ਅਤੇ ਕਈ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਅੱਤ ਦੀ ਗਰਮੀ ਵਿਚਾਲੇ ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਨੇ ਸੂਬੇ ਦੀ ਸਿਆਸਤ 'ਚ ਵੀ ਸਪਾਰਕ ਲਿਆ ਦਿੱਤਾ ਹੈ। ਵਿਰੋਧੀ ਲਗਾਤਾਰ ਇਸ ਮੁੱਦੇ ਤੇ ਕੈਪਟਨ ਸਰਕਾਰ ਨੂੰ ਘੇਰਨ 'ਚ ਜੁਟੇ ਹੋਏ ਨੇ। ਪਹਿਲਾਂ ਅਕਾਲੀ ਦਲ ਨੇ ਬਿਜਲੀ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ, ਪੱਖੀਆਂ ਵੰਡਣ ਦੀ ਮੁਹਿੰਮ ਚਲਾਈ। ਹੁਣ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤਾਂ ਪਹਿਲਾਂ ਹੀ 300 ਯੂਨਿਟ ਤੱਕ ਬਿਜਲੀ ਮੁਫਤ ਦੇਣ ਦਾ ਐਲਾਨ ਕਰਕੇ ਚੁਣਾਵੀ ਬਿਗੁਲ ਫੂਕ ਚੁੱਕੇ ਨੇ, ਜਿਸ ਤੋਂ ਬਾਅਦ ਪੰਜਾਬ ਇਕਾਈ ਵੀ ਸਰਗਰਮ ਹੋ ਗਈ ਹੈ। ਸਰਕਾਰ ਨੂੰ ਘੇਰਨ ਦੇ ਲਈ ਪੰਜਾਬ ਦੇ ਲੀਡਰਾਂ ਨੇ ਮੁੱਖ ਮੰਤਰੀ ਦੀ ਸਿਸਮਾ ਸਥਿਤ ਰਿਹਾਇਸ਼ ਘੇਰਨ ਦਾ ਐਲਾਨ ਕੀਤਾ। ਰਿਹਾਇਸ਼ ਘੇਰਨ ਤੋਂ ਪਹਿਲਾਂ ਸਿਸਮਾ ਚੌਂਕ ਤੇ ਸਟੇਜ ਸਜਾਈ ਗਈ, ਜਿੱਥੇ ਭਗਵੰਤ ਮਾਨ ਸਣੇ तमाम ਲੀਡਰਸ਼ਿਪ ਪਹੁੰਚੀ ਅਤੇ ਵੱਡੀ ਗਿਣਤੀ 'ਚ ਆਪ ਵਰਕਰਾਂ ਦਾ ਇਕੱਠ ਵੀ ਪਹੁੰਚਿਆ। ਇਸ ਦੌਰਾਨ ਸਟੇਜ ਤੋਂ ਭਗਵੰਤ ਮਾਨ ਨੇ ਕੈਪਟਨ ਸਰਕਾਰ ਦੇ ਸਸਤੀ ਬਿਜਲੀ ਦੇ ਦਾਅਵਿਆਂ ਤੇ ਸਵਾਲ ਚੁੱਕੇ। 20,000 ਕਰੋੜ ਦੇ ਵਿੱਚ ਜੇ ਤੂੰ ਜਨਤਾ ਤੇ ਲਾਇਆ ਹੁੰਦਾ, ਅੱਜ ਪੰਜਾਬ ਅੱਧੇ ਮੁਲਕ ਨੂੰ ਬਿਜਲੀ ਵੇਚ ਰਿਹਾ ਹੁੰਦਾ। ਕੇਜਰੀਵਾਲ ਆਇਆ ਦਿੱਲੀ ਤੋਂ, केजरीवाल ने कहा मैं 300 यूनिट हर घर को मुफ्त दूंगा, 2 महीने बाद बिल आऊगा 600 यूनिट जो कट्टी जाऊगी। सारी तड़फ गए, आए थोड़ी होंगे। वो भाई उन्हें दिल्ली च कीता है काम, वो गारंटी लेना आया सी, कैप्टन वांगू कोई ऐलान करने या वादे करने आया सी। ਸਰਕਾਰ ਨੂੰ ਨਿਸ਼ਾਨੇ ਲਗਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕੀਤਾ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਪੁਲਿਸ ਨੇ ਵੀ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ। 3 ਲੇਅਰ ਬੈਰੀਕੇਡਿੰਗ ਕੀਤੀ ਗਈ ਸੀ, ਪਰ ਆਪ ਵਰਕਰ ਅੱਗੇ ਵਧਦੇ ਰਹੇ। ਪੁਲਿਸ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਆਪ ਕਾਰਕੁਨ ਪਹਿਲੀ ਬੈਰੀਕੇਡਿੰਗ ਤੋੜਨ 'ਚ ਕਾਮਯਾਬ ਹੋ ਗਏ। ਦੂਜੀ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕਰ ਰਹੇ ਵਰਕਰਾਂ ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਛੱਡੀਆਂ, ਪਰ ਫਿਰ ਵੀ ਵਰਕਰ ਡਟੇ ਰਹੇ। ਕਰੀਬ 1 ਘੰਟੇ ਤੱਕ ਸੜਕ ਤੇ ਇਹੀ ਡਰਾਮਾ ਹੁੰਦਾ ਰਿਹਾ। ਵਰਕਰ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ ਤੇ ਪੁਲਿਸ ਵਾਟਰ ਕੈਨਨ ਅਤੇ ਹਲਕੇ ਲਾਠੀ ਚਾਰਜ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਰਹੀ। ਇਸ ਦੌਰਾਨ ਪੁਲਿਸ ਅਤੇ ਵਰਕਰਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ ਅਤੇ ਕਈ ਵਰਕਰ ਜ਼ਖਮੀ ਵੀ ਹੋਏ। ਅਖੀਰ ਪੁਲਿਸ ਨੇ ਭਗਵੰਤ ਮਾਨ ਸਣੇ ਕਈ ਆਪ ਲੀਡਰਾਂ ਨੂੰ ਹਿਰਾਸਤ 'ਚ ਲੈ ਲਿਆ। ਹਾਲਾਂਕਿ ਕੁਝ ਦੇਰ ਬਾਅਦ ਸਾਰਿਆਂ ਨੂੰ ਰਿਹਾ ਕਰ ਦਿੱਤਾ ਗਿਆ। ਲੋਕਾਂ ਨਾਲ ਵਾਅਦਾ ਕੀਤਾ ਸੀ 2017 ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ ਸੀਗਾ ਮੈਂ ਸਸਤੀ ਬਿਜਲੀ ਦੇਵਾਂਗਾ। ਜਿਹੜੇ ਪਾਵਰ ਪਰਚੇਜ ਐਗਰੀਮੈਂਟ ਪੁਰਾਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਮਹਿੰਗੇ ਵਾਅਦੇ ਕੀਤੇ ਸੀ ਰੱਦ ਕਰੂੰਗਾ, ਨਾ ਸਮਝੌਤੇ ਰੱਦ ਕੀਤੇ, ਨਾ ਉਹਨਾਂ ਤੇ ਕੋਈ ਕਾਰਵਾਈ ਕੀਤੀ, ਬਲਕਿ 14 ਵਾਰ ਸਵਾ 4 ਸਾਲ ਦੇ ਵਿੱਚ 14 ਵਾਰ ਬਿਜਲੀ ਦੇ ਰੇਟ ਪੰਜਾਬ 'ਚ ਵੱਧ ਗਏ। ਅੱਜ ਪੰਜਾਬ ਵਿੱਚ ਜਿਹੜਾ ਬਿਜਲੀ ਮਾਫੀਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ 'ਚ ਪੈਦਾ ਹੋਇਆ ਸੀਗਾ, ਉਹਨੂੰ ਖਤਮ ਕਰਨ ਦਾ ਵਾਅਦਾ ਕੈਪਟਨ ਸਾਹਿਬ ਨੇ 2017 'ਚ ਕੀਤਾ ਸੀਗਾ। ਅੱਜ ਉਸ ਮਾਫੀਏ ਦੀ ਅਗਵਾਈ, ਅੱਜ ਉਹ ਮਾਫੀਆ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚੋਂ ਬਦਲ ਕੇ ਕੈਪਟਨ ਸਾਹਿਬ ਦੇ ਹੱਥਾਂ 'ਚ ਚਲਿਆ ਗਿਆ। 2022 ਦੀਆਂ ਚੋਣਾਂ ਨਜ਼ਦੀਕ ਨੇ, ਇਸ ਲਈ ਵਿਰੋਧੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ। ਵੇਖਣਾ ਹੋਵੇਗਾ ਕਿ ਬਿਜਲੀ ਦੇ ਮੁੱਦੇ ਜ਼ਰੀਏ ਵਿਰੋਧੀ ਸੂਬੇ ਦੀ ਪਾਵਰ ਹਾਸਲ ਕਰਨ 'ਚ ਕਾਮਯਾਬ ਹੁੰਦੇ ਹਨ ਜਾਂ ਨਹੀਂ। ਰੋਹਿਤ ਬੰਸਲ ਤੇ ਉਮੇਸ਼ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18। ਤਾਂ ਬਿਜਲੀ ਕੱਟ ਨੂੰ ਲੈ ਕੇ ਸਿਆਸਤ ਤਾਂ ਖੂਬ ਹੋ ਰਹੀ ਹੈ। ਇਸ ਵਿਚਾਲੇ ਜ਼ਮੀਨੀ ਹਕੀਕਤ ਕੀ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਖਬਰ ਫਾਜ਼ਿਲਕਾ ਤੋਂ ਹੈ। ਫਾਜ਼ਿਲਕਾ ਦੇ ਵਿੱਚ ਬਿਜਲੀ ਕੱਟ ਨੂੰ ਲੈ ਕੇ ਹੰਗਾਮਾ ਹੋ ਗਿਆ। ਇੱਕ ਹਫ਼ਤੇ ਤੋਂ ਬਿਜਲੀ ਨਾ ਆਉਣ ਕਾਰਨ ਲੋਕਾਂ ਦੇ ਵਿੱਚ ਰੋਸ ਸੀ ਤੇ ਉਹਨਾਂ ਨੇ ਫਿਰ ਜਾ ਕੇ ਬਿਜਲੀ ਘਰ ਹੀ ਘੇਰ ਲਿਆ। ਕਈ ਪਿੰਡਾਂ ਦੇ ਲੋਕਾਂ ਨੇ ਖੂਹੀ ਥੇੜਾ ਦਾ ਬਿਜਲੀ ਘਰ ਘੇਰ ਲਿਆ ਤੇ ਪਿੰਡਾਂ ਦੀਆਂ ਔਰਤਾਂ ਵੀ ਧਰਨੇ ਦੇ ਵਿੱਚ ਸ਼ਾਮਲ ਹੋਈਆਂ। ਬਿਜਲੀ ਆਉਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਬਿਜਲੀ ਬਹਾਲ ਹੋਣ ਤੇ ਉਹਨਾਂ ਨੇ ਕਿਹਾ ਕਿ ਅਸੀਂ ਘਰ ਜਾਵਾਂਗੇ। ਇੱਕ ਹਫ਼ਤੇ ਤੋਂ ਬਿਜਲੀ ਨਾ ਆਈ ਹੋਵੇ ਤਾਂ ਕਿੰਨੀ ਦਿੱਕਤ ਹੋਏਗੀ ਲੋਕਾਂ ਨੂੰ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤੇ ਹੁਣ ਪਿੰਡ ਵਾਸੀ 3 ਪਿੰਡਾਂ ਦੇ ਲੋਕ ਨੇ ਜਿਹੜੇ
ਬਿਜਲੀ ਘਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਜਦੋਂ ਤੱਕ ਬਿਜਲੀ ਬਹਾਲ ਨਹੀਂ ਕਰਦੇ ਅਸੀਂ ਘਰ ਨਹੀਂ ਜਾਣਾ। एक हफ्ते से हमारी लाइट नहीं रह रही है। जो गांव में छोटे बच्चे हैं उन्हें बहुत दिक्कत आ रही है। गर्मी का टेम्परेचर भी आपको पता है अभी 45 डिग्री से ऊपर हो रहा है, तो इसके कारण मेन जो ये लाइट के कारण ही ये धरना लगाया है जी। पिछले एक हफ्ते से लाइट नहीं है हमारे गांव में, बहुत लोग परेशान हैं। एक्शन साहब के पास भी जाए, यहाँ SDO साहब के पास तो 10 बारी आ गए, कोई सुनवाई नहीं हो रही है जी। और जब तक हमारी लाइट की समस्या का हल नहीं होता यहीं पर बैठे हैं हम 7 दिन से बिजली से परेशान हो रहे हैं। छोटे छोटे बच्चे जो हमारे बिलख रहे हैं, हमारा बहुत बुरा हाल है। पशुओं के लिए चारे का प्रोग्राम जो है वो भी नहीं हमारा चल रहा है। तो हम 3 गांव जो है इससे परेशान है, ढिंगावाड़ी, शेरगढ़ और वरियामखेड़ा। कारण ਇਹਨਾਂ ਦੀ ਬਿਜਲੀ ਨਹੀਂ ਚੱਲਦੀ ਸੀ, ਜਿਸ ਕਰਕੇ ਸਿੰਗਲ ਫੇਸ ਟਰਾਂਸਫਾਰਮਰ ਦੇ ਮਤਲਬ ਕੋਈ ਚੈਕਿੰਗ ਕਰ ਰਹੇ ਹਾਂ ਅਸੀਂ। ਹੁਣ ਗੱਲ ਕਰਾਂਗੇ ਕਿ ਬਿਜਲੀ ਵਿਭਾਗ ਕੀ ਕਹਿ ਰਿਹਾ ਹੈ ਪੰਜਾਬ ਦੇ ਵਿੱਚ ਜੋ ਬਿਜਲੀ ਦੇ ਕੱਟ ਲੱਗ ਰਹੇ ਉਸ ਦੇ ਉੱਤੇ। ਨਿਊਜ਼ 18 ਪੰਜਾਬ ਦੇ ਨਾਲ ਬਿਜਲੀ ਵਿਭਾਗ ਦੇ ਸਭ ਤੋਂ ਵੱਡੇ ਅਧਿਕਾਰੀ ਨੇ ਗੱਲਬਾਤ ਕੀਤੀ। ਇਹ ਵੇਣੂ ਪ੍ਰਸਾਦ ਹੋਰਾਂ ਦੇ ਵੱਲੋਂ ਐਕਸਕਲੂਸਿਵ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੌਨਸੂਨ ਦੇਰੀ ਦੇ ਨਾਲ ਆ ਰਿਹਾ ਹੈ, ਇਸ ਕਰਕੇ ਬਿਜਲੀ ਦੀ ਡਿਮਾਂਡ ਵੱਧ ਗਈ ਕਿਉਂਕਿ ਗਰਮੀ ਬਹੁਤ ਜ਼ਬਰਦਸਤ ਸੀ ਤੇ ਉਸ ਦੀ ਵਜ੍ਹਾ ਨਾਲ ਪਾਵਰ ਕੱਟ ਲੱਗੇ। ਬਿਜਲੀ ਸੰਕਟ ਦਾ ਕਾਰਨ ਤਲਵੱਡੀ ਸਾਬੋ ਦਾ ਥਰਮਲ ਪਲਾਂਟ ਖਰਾਬ ਹੋਣਾ ਵੀ ਹੈ। ਬਿਜਲੀ ਸਪਲਾਈ ਦੀ ਮੰਗ ਵਧੀ ਹੈ, ਰੋਜ਼ਾਨਾ 15000 ਮੈਗਾਵਾਟ ਸਪਲਾਈ ਦੀ ਮੰਗ ਹੋ ਗਈ ਹੈ ਤੇ ਬਿਜਲੀ ਵਿਭਾਗ 13500 ਮੈਗਾਵਾਟ ਸਪਲਾਈ ਕਰ ਰਿਹਾ ਹੈ। ट्रांसफर ओवरलोडिंग भी बिजली संकट की वजह है। उन्होंने कहा कि बिजली कट के नाल छेती लोगों को राहत जरूर मिलेगी। ये बिजली का डिमांड है अनएक्सपेक्टेडली काफ़ी इंक्रीज़ हो गया। नॉर्मली लास्ट ईयर असी 13000 मेगावाट सप्लाई करते सी, कुछ घंटे के लिए 13500 भी टच करते हैं, पर दैट वाज ओनली फॉर फ्यू मिनट्स और फ्यू आवर्स। पर आज के दिन देखने ਦੇ ਵਿੱਚ ਇਹ ਆ ਗਿਆ डिमांड बहुत इंक्रीज़ हो गया, लगभग 15000 क्रॉस करके आज दे डिमांड असी मीट कर रहे हैं। इसका मेन कारण ये है कि एक तो लोड काफ़ी इंक्रीज़ हो गया गर्मी करके, एक मानसून फेल हो गया, इस करके टेम्परेचर काफ़ी इंक्रीज़ है, ये प्रॉब्लम्स क्रिएट। मैं ये कहना चाहूँगा कि लास्ट 3-4 डेज से असी ऑब्जर्व किया पावर पूरा असी अरेंजमेंट्स किया, कोई भी इस तरह का शेड्यूल्ड पावर कट डोमेस्टिक सैक्टर नूं नहीं लग रही है और आने वाले समय विच भी साड़ा ये नहीं है कि कोई भी डोमेस्टिक सैक्टर नूं नहीं कट लगाउण दा। पर कुछ इंडिविजुअल कंप्लेंट्स हो सकते हैं, वो टाइम टू टाइम चलता रहे। साढ़े फील्ड स्टाफ भी पूरा गेड अप है, कंप्लेंट हैंडलिंग स्टाफ भी पूरा गेड अप है, साढ़े लाइनमैन JE ਅਤੇ ਸਾਡੇ SDOs XCN SC और सीनियर ऑफिसर सभी फील्ड ਦੇ ਵਿੱਚ ਵਿਜ਼ਿਟ ਕਰ ਰਹੇ ਹਨ। ਹੁਣ ਅੱਗੇ ਵੱਧ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਲੁਧਿਆਣਾ ਤੋਂ। ਲੁਧਿਆਣਾ ਦੇ ਵਿੱਚ ਇੱਕ ਬੇਕਰੀ ਫੈਕਟਰੀ ਦੇ ਖਿਲਾਫ ਸ਼ਿਕਾਇਤ ਮਿਲਣ ਦੇ ਉੱਤੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਛਾਪਾ ਮਾਰਿਆ ਗਿਆ ਤੇ ਵੱਖ-ਵੱਖ ਪ੍ਰੋਡਕਟਾਂ ਦੇ ਸੈਂਪਲ ਲਏ ਗਏ ਨੇ। ਫਿਲਹਾਲ ਰਿਪੋਰਟ ਆਉਣ ਤੱਕ ਅੱਗੇ ਦੀ ਕਾਰਵਾਈ ਕੀਤੀ ਜਾਏਗੀ। ਉਸ ਵੇਲੇ ਤੱਕ ਆਰਜ਼ੀ ਤੌਰ ਤੇ ਫੈਕਟਰੀ ਨੂੰ ਬੰਦ ਕਰ ਦਿੱਤਾ ਗਿਆ। बेकरी फैक्ट्री दे विच छाणबीन, एक एक समान ध्यान दे नाल चैक कर रही अते सैंपल भर रही सेहत विभाग दी टीम। तस्वीरां लुधियाना दे सलीम टाबरी इलाके च छापा मारन पहुंची सेहत विभाग दियां ने, जिथे फैक्ट्री दे विचों सैंपल भर के जांच लई भेजे गए। दरअसल शिकायत मिली सी कि बेकरी फैक्ट्री दे विच एक्सपायरी डेट वाली क्रीम का इस्तेमाल किया जाता है, जिस दे तहत सेहत विभाग ने हरकत दे विच आउंदियां छापा मारिया। फिलहाल फैक्ट्री नूं आरजी तौर ते बंद किया गया है। फिलहाल सैंपलों की जांच की जा रही है। अधिकारियों मुताबिक रिपोर्ट आने तो बाद ही अगली कार्रवाई की जाएगी। उस वेले तक फैक्ट्री नूं बंद रखने के हुक्म दिते गए ने। जसवीर बराड़, न्यूज़ 18 लुधियाना। अगली खबर ਦਾ ਰੁਖ ਕਰਦੇ ਹਾਂ। ਆਵਾਰਾ ਪਸ਼ੂਆਂ ਕਰਕੇ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਗਊ ਸੇਵਾ ਕਮਿਸ਼ਨ ਨੇ ਗਊਆਂ ਨੂੰ ਫੜਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪਟਿਆਲਾ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਗਊ ਸੇਵਾ ਕਮਿਸ਼ਨ ਮੁਤਾਬਕ ਆਵਾਰਾ ਪਸ਼ੂਆਂ ਤੇ ਬੇਸਹਾਰਾ ਗਊਆਂ ਨੂੰ ਫੜ ਕੇ ਗਊਸ਼ਾਲਾਵਾਂ ਦੇ ਵਿੱਚ ਭੇਜਿਆ ਜਾਵੇਗਾ, ਜਿੱਥੇ ਇਹਨਾਂ ਦੀ ਦੇਖ ਰੇਖ ਕੀਤੀ ਜਾ ਸਕੇ ਤੇ ਹਾਦਸਿਆਂ ਦੀ ਵਜ੍ਹਾ ਬਣ ਰਹੇ ਇਹਨਾਂ ਪਸ਼ੂਆਂ ਦਾ ਧਿਆਨ ਵੀ ਰੱਖਿਆ ਜਾਵੇ। पंजाब गौ सेवा कमीशन
ਵੱਲੋਂ ਇਹ ਗਊ ਧਨ ਸੰਭਾਲ ਅਭਿਆਨ ਜੋ ਪੰਜਾਬ ਗਊ ਸੇਵਾ ਕਮਿਸ਼ਨ ਨੇ ਸ਼ੁਰੂ ਕੀਤਾ ਹੈ, ਇਸ ਅਸੀਂ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਇਹ ਪੂਰੇ ਪੰਜਾਬ ਵਿੱਚ ਕਰ ਰਹੇ ਹਾਂ। ਔਰ ਇਹਦੇ ਵਿੱਚ ਜਿਹੜਾ ਹੈਗਾ ਪੰਜਾਬ ਗਊ ਸੇਵਾ ਕਮਿਸ਼ਨ ਜਿਹੜਾ ਗਊ ਧਨ ਸਾਡਾ ਸੜਕਾਂ ਤੇ ਹੈ ਉਹਨਾਂ ਨੂੰ ਗਊਸ਼ਾਲਾ 'ਚ ਲੈ ਕੇ ਜਾਣਾ ਔਰ ਇਹਨਾਂ ਦੀ ਰੱਖ ਸੰਭਾਲ ਲਈ ਅੱਗੇ ਬਿਹਤਰ ਕੰਮ ਕਰਨਾ, ਇਹ ਪੰਜਾਬ ਗਊ ਸੇਵਾ ਕਮਿਸ਼ਨ ਦਾ ਜਿਹੜਾ ਪ੍ਰਥਮ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਜੀਂਦ ਦੇ ਵਿੱਚ ਇੱਕ ਪਿੰਡ 'ਚ ਵਿਲੱਖਣ ਪਹਿਲ ਕੀਤੀ ਗਈ ਹੈ। ਪਿੰਡ ਦਾ ਨਾਮ ਹੈ ਜ਼ਫਰਗੜ੍ਹ। ਜੀ ਹਾਂ, ਲੋਕਾਂ ਦੀ ਪਹਿਲ ਹੈ ਕਿਉਂਕਿ ਪੀਣ ਦਾ ਪਾਣੀ ਉਹਨਾਂ ਨੂੰ ਨਹੀਂ ਮਿਲ ਰਿਹਾ ਸੀ, ਸਮੱਸਿਆ ਸੀ, ਤੇ ਕਿਸ ਤਰੀਕੇ ਨਾਲ ਪਿੰਡ ਵਾਸੀਆਂ ਨੇ ਮਿਲ ਕੇ ਇਸ ਮੁਸ਼ਕਿਲ ਨੂੰ ਦੂਰ ਕੀਤਾ। ਰਿਪੋਰਟ ਦੇਖੋ। ਇਹ ਹੈ ਜੀਂਦਾ ਕਿਲਾ ਜ਼ਫਰਗੜ੍ਹ ਪਿੰਡ, ਜਿੱਥੇ ਪੀਣ ਦੇ ਪਾਣੀ ਦੀ ਮੁਸ਼ਕਿਲ ਕਈ ਸਾਲਾਂ ਤੋਂ ਬਣੀ ਹੋਈ ਹੈ। ਇਸੇ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਵਾਲਿਆਂ ਨੇ ਕਈ ਵਾਰ ਸਰਕਾਰ ਤੋਂ ਗੁਹਾਰ ਲਗਾਈ ਅਤੇ ਕਈ ਵਾਰ ਰੋਡ ਵੀ ਜਾਮ ਕੀਤਾ, ਪਰ ਅੱਜ ਤੱਕ ਕੋਈ ਹੱਲ ਨਹੀਂ ਹੋ ਸਕਿਆ। ਬਾਅਦ ਦੇ ਵਿੱਚ ਪਿੰਡ ਵਾਲਿਆਂ ਨੇ ਖੁਦ ਹੀ ਮੁਸ਼ਕਿਲ ਦਾ ਹੱਲ ਕੱਢਿਆ ਅਤੇ 100 ਸਾਲ ਪੁਰਾਣੇ ਖੂਹ ਨੂੰ ਠੀਕ ਕਰਕੇ ਉਸ ਨੂੰ ਪੀਣ ਦੇ ਪਾਣੀ ਦੇ ਯੋਗ ਬਣਾ ਕੇ ਇਸਤੇਮਾਲ करना शुरू किया है। गांव में कई सालों से पीने के पानी की ठीक व्यवस्था नहीं थी। पीने का पानी बिल्कुल नए का बराबर है। सरकार की जो पब्लिक हेल्थ का जो सप्लाई थी वो भी कभी पाइप टूट गया या पीने का पानी उसका भी नहीं है। इसलिए हमने सारे गांव ने इकट्ठा होकर और ये हमारा 100 साल पुराना कुआं था, इसको पानी निकाल के इसका पीने का पानी इसका बनाया और अब पूरा इसी खुशी में हमने आज इसका रंग रोगन इसका उद्धार कराया कुएं का जो 100 साल पुराना था। यहाँ पे पानी के लिए वो हवन कीर्तन किया गया। गांव में पानी की बहुत ज़्यादा समस्या है और पानी के लिए इधर उधर से भाग दौड़ के लाना पड़ता है। 6 साल से मैं यहाँ पे आई, मैंने तभी से यहाँ पे सिर पे पानी लाते हैं, कभी इधर से कभी उधर से, ना पीने का पानी न नहाने के लिए। बच्चों के लिए भी टाइम नहीं निकाल रहे हैं पानी की वजह से। और अभी हमने ये अपना 100 साल पुराना कुआं पूरे गांव ने चंदा इकट्ठा करके और ये तैयार किया पीने के पानी के लिए। सरकार से भी हमें कोई मदद नहीं मिली, इसलिए हमने अपना खुद तैयार किया कुआं। ਪਿੰਡ ਵਾਲਿਆਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੋਂ ਕਈ ਵਾਰ ਮੁਸ਼ਕਲ ਨੂੰ ਹੱਲ ਕਰਨ ਦਾ ਭਰੋਸਾ ਜ਼ਰੂਰ ਮਿਲਿਆ, ਪਰ ਜਦੋਂ ਕੋਈ ਹੱਲ ਨਹੀਂ ਨਿਕਲਿਆ ਤਾਂ ਪਿੰਡ ਵਾਲਿਆਂ ਨੇ ਖੁਦ ਹੀ ਸਮੱਸਿਆ ਦਾ ਹੱਲ ਲੱਭ ਲਿਆ। ਅੱਜ ਪਿੰਡ ਵਾਲੇ ਖੁਸ਼ ਨੇ ਕਿਉਂਕਿ ਉਹਨਾਂ ਦੀ ਵਰਿਆਂ ਦੀ ਪੁਰਾਣੀ ਸਮੱਸਿਆ ਖਤਮ ਹੋ ਚੁੱਕੀ ਹੈ ਅਤੇ ਇਸੇ ਖੁਸ਼ੀ ਦੇ ਵਿੱਚ ਪਿੰਡ ਵਾਲਿਆਂ ਨੇ ਖੂਹ ਨੇੜੇ ਕੀਰਤਨ ਅਤੇ ਭੰਡਾਰੇ ਦਾ ਪ੍ਰਬੰਧ ਵੀ ਕੀਤਾ। ਜੀਂਦ ਤੋਂ ਵਿਜੇਂਦਰ ਕੁਮਾਰ, ਨਿਊਜ਼ 18। ਅੱਗੇ ਵਧਦੇ ਹਾਂ ਤੇ ਹੁਣ ਖਬਰ ਧਰਮਸ਼ਾਲਾ ਤੋਂ ਲਵਾਂਗੇ, ਜਿੱਥੇ ਕਰੋਨਾ ਕਾਲ ਦੇ ਵਿਚਾਲੇ ਬੰਦਿਸ਼ਾਂ ਦੇ ਵਿੱਚ ਢਿੱਲ ਤੋਂ ਬਾਅਦ ਟੂਰਿਸਟ ਸੋਹਣੀਆਂ ਵਾਦੀਆਂ ਦਾ ਰੁਖ ਕਰ ਰਹੇ ਨੇ। ਗਲੋਬਲ ਸਿਟੀ ਮਕਲੋਡਗੰਜ ਦੇ ਵਿੱਚ ਟੂਰਿਸਟਾਂ ਦੀ ਵੱਡੀ ਤਾਦਾਦ ਨੂੰ ਦੇਖਣ ਨੂੰ ਮਿਲੀ ਹੈ। ਧਰਮਸ਼ਾਲਾ ਦਾ ਬਾਕਸੂ ਟਾਵਰ ਫਾਲ ਵੀ ਟੂਰਿਸਟਾਂ ਦੇ ਲਈ ਵਧੀਆ ਖਿੱਚ ਦਾ ਕੇਂਦਰ ਇੱਕ ਵਾਰ ਫਿਰ ਤੋਂ ਬਣਿਆ ਹੋਇਆ ਹੈ। ਗਰਮੀ ਹੈ ਮੈਦਾਨੀ ਇਲਾਕਿਆਂ ਦੇ ਵਿੱਚ, ਇਸ ਕਰਕੇ ਟੂਰਿਸਟ ਇੱਕ ਵਾਰ ਫਿਰ ਤੋਂ, ਕਿਉਂਕਿ ਰਾਹਤ ਮਿਲੀ ਹੈ ਥੋੜੀ ਬਹੁਤ ਕਰੋਨਾ ਨਿਯਮਾਂ ਤੋਂ, ਕਾਨੂੰਨਾਂ ਦੀਆਂ ਬੰਦਿਸ਼ਾਂ ਤੋਂ, ਤਾਂ ਇੱਕ ਬਾर फिर तो रुख कर रहे हैं वादियां दा, पहाड़ां दा। कोरोना काल को मद्देनजर रखते हुए लगाई गई बंदिशों को हटाने के बाद अब टूरिज्म के क्षेत्र में अपार वृद्धि देखने को मिल रही है। इस वक्त हम लोग ग्लोबल सिटी मैक्लोडगंज में हैं और मैक्लोडगंज में आप लोग मेरे पीछे, आगे और साथ में नीचे तमाम सारी जगहों में आप देख सकते हैं, आपको सिर्फ और सिर्फ सैलानी ही नजर आएंगे। अलग अलग जगहों से, अलग अलग राज्यों से ये सैलानी जो हैं वो अब पहाड़ों की तरफ रुख करने लगे हैं। और ख़ास बात तो ये है कि ये उन जगहों में जाने लगे हैं जहां पर इनको जो ठंडक महसूस हो, और ठंडक कहाँ महसूस होगी वो आप सामने तस्वीरों में देख ही पा रहे हैं कि जो नेचुरल स्ट्रीम है, जो नाले हैं, उनकी तरफ जाकर जो है वो नहा रहे हैं और बेधड़क अपनी जान को जोखिम में लेकर नहा रहे हैं। लोग जो हैं वो बिना किसी रोक टोक के जो है इन जगहों में आ रहे हैं, आना भी चाहिए। बहुत से सैलानी है जो कि सबसे पहले जिनकी प्रायोरिटी है यहाँ पर आने की वो है भागसू का वाटरफॉल, यहाँ पर जा रहे हैं। ये बहुत से लोग हैं, टूरिस्ट हैं, कहाँ से आ रहे हैं और किस तरह का सुकून इन्होंने हासिल किया, ये बातचीत हम करना चाहेंगे। कहाँ से आए हैं, कौन से स्टेट से आए हैं? हिमाचल से हैं? चंडीगढ़। तो चंडीगढ़ से आए हैं, कैसा महसूस किया आपने यहाँ पे आके? अगर बहुत अच्छा महसूस किया। चंडीगढ़ में यानी गर्मी से राहत लेने के लिए आए थे या स्पेशली ही यहाँ पर? हाँ, गर्मी से राहत लेने के लिए। ली है राहत? बहुत मिल रही है, थोड़ी थोड़ी। अच्छा, नहाए हैं क्या? नहीं, वो टैनिंग हो जाती है ना। अच्छा, ठीक है। नहाने से। वैसे मौसम अच्छा है यहाँ। भाई पंजाब तो आए हैं, ठीक है, बहुत ਜ਼ਿਆਦਾ ਵਧੀਆ ਮੌਸਮ ਹੈ। अच्छा, ਵੀ ਹਫਤਾ ਇੱਕ ਰਹਿਣਾ ਹੋਵੇ, 3-4 ਦਿਨ ਰਹਿਣਾ ਹੋਵੇ, ਇੱਥੇ ਹੋਵੇ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ। ਮਕਲੋਡਗੰਜ ਬਹੁਤ ਵਧੀਆ ਪਲੇਸ ਹੈ, ਨਾਲੇ
ਨਹਾਓ ਧੋ ਨਾਲੇ ਆਪਦਾ ਕੋਲਡ ਡਰਿੰਕ ਪੀਓ, ਬਹੁਤ ਜ਼ਿਆਦਾ ਵਧੀਆ। ਹੁਣ ਕੀ ਲੱਗਦਾ ਤੁਹਾਨੂੰ ਵੀ ਇੱਥੇ ਜਾਣਾ ਹੈ ਨਾਲੇ 'ਚ? ਨਹੀਂ ਨਹੀਂ, ਅਸੀਂ ਤੇ ਨਾਲੇ ਉੱਥੋਂ ਹੀ ਆਏ ਬਿਲਕੁਲ ਬੈਸਟ ਇੱਥੇ ਜਾਣਾ। ਜੇ ਮੀਂਹ ਪੈ ਗਿਆ ਫਿਰ ਬਾਰਿਸ਼ ਹੋ ਗਈ ਬਹੁਤ ਜ਼ਿਆਦਾ, ਤਾਂ ਨਹੀਂ ਭਾਜੀ, ਪੰਜਾਬ 'ਚ ਮੀਂਹ ਪੈਂਦਾ ਹੀ ਨਹੀਂ, ਵੀ ਪੰਜਾਬ 'ਚ ਗਰਮੀ ਬਹੁਤ ਆ। ਪੰਜਾਬ 'ਚ ਤੇ ਕੈਪਟਨ ਨੇ ਇੱਕ ਦਿਨ ਕੱਟ ਲਾਤਾ ਤੇ ਇੱਕ ਦਿਨ ਬੱਤੀ ਆਉਂਦੀ ਜੇ, ਪੰਜਾਬ 'ਚ ਭਾਜੀ ਤਾਂ ਕਰਕੇ ਇੱਥੇ ਆ ਗਏ ਆ। ਵੈਦਰ ਹੈ ਭਾਜੀ, ਬਹੁਤ ਵਧੀਆ ਵੈਦਰ, ਬੱਤੀ ਆਵੇ ਨਾ ਆਵੇ, बाहर घूमो फिरो। बेस्ट टू फ्लैग भाजी। बहुत से लोग हैं और अभी जो है कुछ एंजॉय कर रहे हैं, कुछ ने करना है, उसके बाद जो एक्सपीरियंस है वो भी उन्होंने साझा किए हैं। बहुत ज़्यादा टूरिस्ट जो यहाँ पर पहुंचे। धर्मशाला से विचित्र शर्मा, न्यूज़ 18 हिमाचल। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਟੋਕੀਓ